हाँ जी, सत श्री अकाल दोस्तों, ਤੁਹਾਡਾ ਐਸਏ ਐਜੂਕੇਸ਼ਨ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਅਸੀਂ ਹਿਸਟਰੀ ਦੇ ਕੁਝ ਪਾਠ ਕਰ ਰਹੇ ਸੀਗੇ। ਅਸੀਂ ਪਹਿਲੇ ਵਿੱਚ ਦੇਖਿਆ ਕਿ ਬਾਬਰ ਦਾ ਮੁੱਢਲੇ ਜੀਵਨ ਦੇ ਵਿੱਚ ਦੇਖਿਆ ਕਿ ਉਸ ਦਾ ਜਨਮ ਹੁੰਦਾ ਹੈ। ਜਨਮ ਤੋਂ ਬਾਅਦ ਉਹ ਕਿਸ ਤਰ੍ਹਾਂ ਬਾਲ ਰਾਜਾ ਬਣਦਾ ਹੈ ਅਤੇ ਉਸ ਤੋਂ ਬਾਅਦ ਉਹ ਕੀ ਕਰਦਾ ਹੈ। ਤਾਂ ਅਸੀਂ ਦੇਖਿਆ ਕਿ 14 ਫਰਵਰੀ 1483 ਨੂੰ ਫਰਗਣਾ ਵਿੱਚ ਉਸ ਦਾ ਜਨਮ ਹੁੰਦਾ ਹੈ ਅਤੇ ਉਹ ਬਾਲ ਰਾਜਾ ਬਣਦਾ ਹੈ, ਕਿਉਂਕਿ ਉਸ ਦੇ ਪਿਤਾ ਦੀ ਕਬੂਤਰ ਉਡਾਉਂਦੇ ਹੋਏ ਮੌਤ ਹੋ ਜਾਂਦੀ ਹੈ। ਤਾਂ ਉਸ ਦੇ ਜਨਮ ਬਾਰੇ ਅਤੇ ਉਸ ਦੇ ਸੰਘਰਸ਼ ਬਾਰੇ, ਜੋ ਉਸ ਦਾ ਮੁੱਢਲੇ ਜੀਵਨ ਦਾ ਸੰਘਰਸ਼ ਸੀ, ਉਸ ਬਾਰੇ ਅਸੀਂ ਇਸ ਤੋਂ ਪਹਿਲਾਂ ਇੱਕ ਵੀਡੀਓ ਪਾ ਚੁੱਕੇ ਹਾਂ। ਅੱਜ ਅਸੀਂ ਦੇਖਾਂਗੇ ਉਸ ਦਾ 1497 ਤੋਂ 1504 ਤੋਂ ਬਾਅਦ ਇਹ ਜਿਹੜਾ ਕਾਲ ਸੀ, ਇਹ ਕਾਲ ਨੂੰ ਅਸੀਂ ਕਿਹਾ ਸੀਗਾ ਅਵਾਰਾ ਦੇ ਰੂਪ ਵਿੱਚ। ਇਸ ਤੋਂ ਬਾਅਦ ਜੋ 1504 ਤੋਂ 1525 ਤੱਕ ਦਾ ਜੋ ਕਾਲ ਹੈ, ਉਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਸਨੇ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਰੂਪ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਉਸਨੇ ਭਾਰਤ ਦੇ ਉੱਤੇ ਹਮਲੇ ਕੀਤੇ। ਇਹਨਾਂ ਸਭ ਤੱਥਾਂ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਤਾਂ ਦੋਸਤੋ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹ ਭਾਰਤ ਵਿੱਚ ਅਫਗਾਨਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ਜਾਂ ਭਾਰਤ ਵਿੱਚ ਪ੍ਰਵੇਸ਼ ਕਰਦਾ ਹੈ। ਤਾਂ ਇੱਕ ਅਸੀਂ ਨਕਸ਼ੇ ਦੇ ਦੁਆਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਉਸਨੇ ਆਪਣਾ ਅਗਲਾ ਜੀਵਨ ਜੋ ਸੀ ਉਸ ਨੂੰ ਕੀਤਾ। ਤਾਂ ਦੋਸਤੋ ਇੱਕ ਮੈਪ ਹੈ ਜਿਸ ਦੇ ਵਿੱਚ ਇਹ ਹੈ ਉਜ਼ਬੇਕਿਸਤਾਨ, ਜਿੱਥੋਂ ਦਾ ਉਹ ਮੂਲ ਨਿਵਾਸੀ ਸੀ, ਕਿਉਂਕਿ ਜੋ ਫਰਗਣਾ ਹੈ ਜਾਂ ਸਮਰਕੰਦ ਹੈ ਉਹ ਉਜ਼ਬੇਕਿਸਤਾਨ ਦੇ ਵਿੱਚ ਹੀ ਹੈ। ਉਸ ਤੋਂ ਬਾਅਦ ਉਜ਼ਬੇਕਿਸਤਾਨ ਤੋਂ ਨਾਲ ਹੀ ਹੈ ਤਜਾਕਿਸਤਾਨ। ਇੱਧਰ ਹੈ ਅਫਗਾਨਿਸਤਾਨ ਅਤੇ ਇਹ ਪਾਕ ਜੋ ਉਸ ਸਮੇਂ ਨਹੀਂ ਸੀ, 1847 ਤੋਂ ਬਾਅਦ ਬਣਿਆ, ਇਹ ਭਾਰਤ ਦਾ ਹੀ ਇੱਕ ਹਿੱਸਾ ਸੀ। ਤਾਂ ਦੋਸਤੋ 1504 ਤੋਂ ਬਾਅਦ ਘੁੰਮਦਾ ਅਵਾਰਾ ਦੇ ਰੂਪ ਵਿੱਚ ਉਹ ਕੀ ਹੈ, ਇੱਥੇ ਇੱਕ ਹਿੰਦੂ ਕੁਸ਼ ਪਰਬਤ ਹੈ ਜਿਸ ਨੂੰ ਪਾਰ ਕਰਕੇ ਅਫਗਾਨਿਸਤਾਨ ਦੇ ਵਿੱਚ ਇੰਟਰ ਹੁੰਦਾ ਹੈ। ਹਿੰਦੂ ਕੁਸ਼ ਪਰਬਤ ਨੂੰ ਪਾਰ ਕਰਦੇ ਹੋਏ ਅਫਗਾਨਿਸਤਾਨ ਦੇ ਵਿੱਚ ਆਉਂਦਾ ਹੈ। ਤਾਂ ਉਹਨਾਂ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕੀ ਸੀ, ਕਿਸ ਦਾ ਰਾਜ ਸੀਗਾ? ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮਕੀਨ ਬੇਗ ਦਾ ਰਾਜ ਸੀ। ਮਕੀਨ ਬੇਗ ਸੀ ਜੋ ਉਹ ਕੋਈ ਚੰਗਾ ਰਾਜਾ ਨਹੀਂ ਸੀਗਾ। ਉਹ ਕੀ ਹੈ, ਉਸ ਦੇ ਸਰਦਾਰ ਉਸ ਤੋਂ ਦੁਖੀ ਸਨ, ਜਾਂ ਕਹਿ ਸਕਦੇ ਹਾਂ ਕਿ ਉਸ ਨੂੰ ਕੱਢਣਾ ਚਾਹੁੰਦੇ ਸਨ। ਇਸੇ ਲਈ 1504 ਦੇ ਵਿੱਚ ਉੱਥੇ ਅਰਾਜਕਤਾ ਫੈਲੀ ਹੋਈ ਸੀ। ਕਾਬੁਲ ਦੇ ਵਿੱਚ ਅਰਾਜਕਤਾ ਫੈਲੀ ਹੋਈ ਸੀ, ਜਿਸ ਕਰਕੇ ਬਾਬਰ ਨੂੰ ਇੱਕ ਬਹੁਤ ਹੀ ਸੁਨਹਿਰਾ ਮੌਕਾ ਮਿਲਦਾ ਹੈ, ਜਿਸ ਦੇ ਕਾਰਨ ਉਹ ਕੀ ਹੈ ਕਿ ਕਾਬੁਲ ਨੂੰ ਜਿੱਤ ਲੈਂਦਾ ਹੈ। ਕਿੰਨੇ ਦੇ ਵਿੱਚ? 1504 ਦੇ ਵਿੱਚ। ਇਸ ਨੂੰ ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ 1504 ਦੇ ਵਿੱਚ ਕਿ ਬਹੁਤ ਜ਼ਿਆਦਾ ਇਸ ਨੂੰ ਲੜਾਈ ਕਰਨੀ ਪਈ ਹੋਵੇ, ਨਹੀਂ, ਐਸਾ ਨਹੀਂ ਸੀ। ਸਰਦਾਰ ਉਸ ਤੋਂ ਪਹਿਲਾਂ ਮੁਕੀਨ ਬੇਗ ਤੋਂ ਪਹਿਲਾਂ ਹੀ ਤੰਗ ਸਨ। ਇਸ ਕਰਕੇ 1504 ਦੇ ਵਿੱਚ ਉਸਨੇ ਕੀ ਹੈ, ਅਫਗਾਨਿਸਤਾਨ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ। 1504 ਦੇ ਵਿੱਚ 4 ਤੋਂ ਬਾਅਦ ਉਸਨੇ ਲਗਭਗ 1507 ਦੇ ਵਿੱਚ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ। ਬਾਦਸ਼ਾਹ ਦੀ ਉਪਾਧੀ ਧਾਰਨ ਕਰਨ ਵਾਲਾ ਉਹ ਮੁਗਲਾਂ ਦੇ ਵਿੱਚ ਪਹਿਲਾ ਵਿਅਕਤੀ ਸੀ। ਉਸ ਤੋਂ ਪਹਿਲਾਂ ਜਿੰਨੇ ਵੀ ਮੁਗਲ ਹੋਏ, ਉਹਨਾਂ ਨੇ ਮਿਰਜ਼ਾ ਦੀ ਉਪਾਧੀ ਤੱਕ ਹੀ ਧਾਰਨ ਕੀਤੀ ਸੀ, ਕਿਉਂਕਿ ਬਾਦਸ਼ਾਹ ਦੀ ਉਪਾਧੀ ਧਾਰਨ ਕਰਨ ਵਾਲਾ ਪਹਿਲਾ ਮੁਗਲ ਸੀਗਾ। ਕੌਣ ਸੀਗਾ? ਬਾਬਰ। ਉਸਨੇ 1507 ਦੇ ਵਿੱਚ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ। ਤਾਂ ਦੋਸਤੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇਹ ਘੁੰਮਦਾ ਰਹਿੰਦਾ ਹੈ। ਪਹਿਲੇ ਜੋ ਇਸ ਦੇ ਜੀਵਨ ਦੇ 25 ਸਾਲ ਨੇ, ਜਾਂ ਕਹਿ ਸਕਦੇ ਹਾਂ ਕਿ ਇਸ ਦਾ ਮੁੱਢਲਾ ਜੀਵਨ ਹੈ, ਉਹ ਇਸ ਨੂੰ ਬਹੁਤ ਕੁਝ ਸਿਖਾਉਂਦਾ ਹੈ। ਬਹੁਤ ਚੀਜ਼ਾਂ ਇਸ ਨੂੰ ਸਿੱਖਣ ਲਈ ਮਿਲਦੀਆਂ। ਤਾਂ ਉਹਨਾਂ ਦੇ ਬਾਰੇ ਅਸੀਂ ਕੁਝ ਗੱਲ ਕਰਾਂਗੇ।
जो इसका आरंभिक जीवन सी 1525 तक का जो जीवन सी ਇਹਦੇ ਵਿੱਚ ਇਹ ਘੁੰਮਦਾ ਰਹਿੰਦਾ ਹੈ, ਫਿਰਦਾ ਹੈ, ਤਾਂ ਇਸ ਨੂੰ ਬਹੁਤ ਸਾਰੇ ਜਾਤੀਆਂ ਦੇ ਨਾਲ ਜਾਂ ਬਹੁਤ ਸਾਰੇ ਕਬੀਲਿਆਂ ਦੇ ਨਾਲ ਲੜਾਈ ਵੀ ਕਰਨੀ ਪੈਂਦੀ ਹੈ, ਉਹਨਾਂ ਦੇ ਨਾਲ ਰਹਿਣਾ ਵੀ ਪੈਂਦਾ ਹੈ। ਤਾਂ ਉਹਨਾਂ ਦੇ ਵਿੱਚੋਂ ਹੀ ਕੁਛ ਨਾ ਕੁਛ ਸਿੱਖਦਾ ਰਹਿੰਦਾ ਹੈ, ਬਹੁਤ ਕੁਛ ਸਿੱਖਦਾ ਹੈ। ਤਾਂ ਜੋ ਕੁਛ ਉਹ ਸਿੱਖਦਾ ਹੈ ਉਹ ਹੈ ਜਿਵੇਂ ਕਿ ਕੀ ਕੁਛ ਸਿੱਖਦਾ ਹੈ, ਉਹ ਗੱਲ ਕਰਦੇ ਹਾਂ। ਨੰਬਰ 1, ਉਜ਼ਬੇਕਾਂ ਤੋਂ ਕੀ ਸਿੱਖਦਾ ਹੈ। ਦੇਖੋ ਦੋਸਤੋ, ਜੋ ਇਹ ਆਪਣੇ ਆਰੰਭਿਕ ਦੇ 25 ਸਾਲਾਂ ਦੇ ਵਿੱਚ ਸਿੱਖਦਾ ਹੈ, ਉਹ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਨੇ। ਭਾਰਤ ਉੱਤੇ ਹਮਲਾ ਕਰਦਾ ਤਾਂ ਜੋ ਕੁਛ ਇਹ ਆਰੰਭਿਕ ਜੀਵਨ ਦੇ ਵਿੱਚ ਧੱਕੇ ਖਾ ਕੇ ਕਹਿ ਸਕਦੇ ਹਾਂ ਜੋ ਸਿੱਖਦਾ ਨਾ, ਜੋ ਇਸ ਨੂੰ ਨੌਲੇਜ ਪ੍ਰਾਪਤ ਹੁੰਦੀ ਹੈ, ਉਹ ਪੂਰੀ ਦੀ ਪੂਰੀ ਨੌਲੇਜ ਨੂੰ ਇਹ ਕੀ ਹੈ ਭਾਰਤ ਦੀਆਂ ਜਿੱਤਾਂ ਦੇ ਉੱਤੇ ਭਾਰਤ ਨੂੰ ਜਿੱਤਣ ਦੇ ਵਾਸਤੇ ਯੂਜ਼ ਕਰਦਾ ਹੈ, ਉਸ ਦੀ ਵਰਤੋਂ ਕਰਦਾ ਹੈ। ਤਾਂ ਉਜ਼ਬੇਕਾਂ ਤੋਂ ਇਹ ਕੀ ਸਿੱਖਦਾ ਹੈ? ਉਜ਼ਬੇਕਾਂ ਤੋਂ ਇਹ ਸਿੱਖਦਾ ਤੁਲਗਮਾ ਯੁੱਧ ਨੀਤੀ। ਦੋਸਤੋ, ਤੁਲਗਮਾ ਯੁੱਧ ਨੀਤੀ ਇੱਕ ਅਜਿਹੀ ਨੀਤੀ ਹੁੰਦੀ ਹੈ ਕਿ ਦੋ ਸੈਨਾਵਾਂ ਕਹਿ ਸਕਦੇ ਹਾਂ ਕਿ ਕੁਛ ਸੈਨਾ ਟੁਕੜੀਆਂ ਅੱਗੇ ਰੱਖੀਆਂ ਜਾਂਦੀਆਂ ਅਤੇ ਇੱਕ ਰਿਜ਼ਰਵ ਸੈਨਾ ਰੱਖੀ ਜਾਂਦੀ ਹੈ, ਅਤੇ ਇੱਕ ਪਾਸੇ ਤੋਂ ਕਿਸੇ ਨਾ ਕਿਸੇ ਚੀਜ਼ ਦਾ ਕਹਿ ਸਕਦੇ ਹਾਂ ਆਸਰਾ ਲਿਆ ਜਾਂਦਾ ਹੈ। ਜਿਸ ਹਿਸਾਬ ਨਾਲ ਇੱਧਰ ਜਾਂ ਖਾਈਆਂ ਕਰਤੀਆਂ ਜਾਂ ਕਿਸੇ ਸ਼ਹਿਰ ਦਾ ਆਸਰਾ ਲੈ ਲਿਆ, ਕਿਸੇ ਨਾ ਕਿਸੇ ਚੀਜ਼ ਦਾ ਆਸਰਾ ਲਿਆ ਜਾਂਦਾ ਹੈ, ਅਤੇ ਪੂਰੀ ਇੱਕ ਤਰ੍ਹਾਂ ਨਾਲ ਯੁੱਧ ਵਿਊ ਰਚਨਾ ਕਹਿ ਸਕਦੇ ਹਾਂ, ਯੁੱਧ ਵਿਊ ਰਚਨਾ ਜਾਂ ਬੈਟਲ ਪਲਾਨ ਕਹਿ ਸਕਦੇ ਹਾਂ। ਇਹ ਇਸਨੇ ਕਿਹਨਾਂ ਤੋਂ ਸਿੱਖੀ? ਤੁਲਗਮਾ ਜਿਹੜੀ ਯੁੱਧ ਨੀਤੀ ਸੀ ਉਹ ਕਿਹਨਾਂ ਤੋਂ ਸਿੱਖੀ? ਉਜ਼ਬੇਕਾਂ ਤੋਂ। ਇਹਦੇ ਵਿੱਚ ਕੀ ਹੁੰਦਾ ਹੈ ਕਿ ਅੱਗੇ ਦੀਆਂ ਸੈਨਾਵਾਂ ਤਾਂ ਲੜਦੀਆਂ ਰਹਿੰਦੀਆਂ, ਪਿੱਛੇ ਇੱਕ ਰਿਜ਼ਰਵ ਸੈਨਾ ਰੱਖੀ ਜਾਂਦੀ ਹੈ। ਜੋ ਰਿਜ਼ਰਵ ਸੈਨਾ ਹੁੰਦੀ ਹੈ ਇਹ ਬਹੁਤ ਹੀ ਇੱਕ ਘਾਤਕ ਹਮਲਾ ਕਰਦੀ ਹੈ, ਇੱਕੋ ਦਮ ਹਮਲਾ ਕਰਦੀ ਹੈ, ਜਿਸ ਦੇ ਕਾਰਨ ਕੀ ਹੈ ਕਿ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੰਦੀ ਹੈ। ਤਾਂ ਜਿਹੜੀ ਤੁਲਗਮਾ ਯੁੱਧ ਨੀਤੀ ਸੀ ਇਹ ਕਿਸ ਤੋਂ ਸਿੱਖਦਾ ਹੈ? ਉਜ਼ਬੇਕਾਂ ਤੋਂ ਸਿੱਖਦਾ ਹੈ। ਅੱਗੇ ਹੈ ਨੰਬਰ 2 ਦੋਸਤੋ। ਨੰਬਰ 2 ਤੇ ਮੰਗੋਲਾਂ ਤੋਂ। ਮੰਗੋਲ ਜਿਵੇਂ ਕਿ ਸਾਨੂੰ ਪਤਾ ਹੀ ਹੈ, ਉਜ਼ਬੇਕਿਸਤਾਨ ਜਿਹੜਾ ਸੀਗਾ ਇਸ ਦਾ ਆਪਣਾ ਦੇਸ਼ ਕਹਿ ਸਕਦੇ ਹਾਂ। ਅਤੇ ਮੰਗੋਲ ਕੌਣ ਹੈ? ਮੰਗੋਲ ਇਸ ਦੀ ਮਾਤਾ ਸੀ। ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਮੰਗੋਲਾਂ ਦੇ ਵੱਲੋਂ ਇਹ 14ਵਾਂ ਵੰਸ਼ਜ ਸੀਗਾ। ਤਾਂ ਮੰਗੋਲਾਂ ਤੋਂ ਇਹ ਕੀ ਕੁਛ ਸਿੱਖਦਾ ਹੈ? ਮੰਗੋਲਾਂ ਤੋਂ ਇਹ ਛੁਪ ਕੇ ਵਾਰ ਕਰਨ, ਛੁਪ ਕੇ ਵਾਰ ਕਰਨ ਦੀ ਨੀਤੀ ਸਿੱਖਦਾ ਹੈ। ਇੱਕੋ ਦਿਨ ਵਾਰ ਨਹੀਂ ਕਰਨਾ, ਛੁਪ ਕੇ। ਜਿਹੜੀ ਨੀਤੀ ਛਾਪਾਮਾਰ ਯੁੱਧ ਨੀਤੀ ਜਿਸ ਦੇ ਜਿਹੜੀ ਕਿ ਸ਼ਿਵਾਜੀ ਨੇ ਵੀ ਯੂਜ਼ ਕੀਤੀ, ਅਤੇ ਇਸ ਨੂੰ ਗਰੀਲਾ ਯੁੱਧ ਵੀ ਕਹਿ ਸਕਦੇ ਹਾਂ। ਵੀ ਜੇਕਰ ਦੁਸ਼ਮਣ ਬਹੁਤ ਜ਼ਿਆਦਾ ਹੈ ਤਾਂ ਉਸ ਨਾਲ ਸਿੱਧਾ ਲੋਹਾ ਨਹੀਂ ਲਿਆ ਜਾਂਦਾ, ਛੁਪ ਕੇ ਵਾਰ ਕੀਤਾ ਜਾਂਦਾ ਹੈ। ਕੀ ਹੈ ਕਿ ਜਿਵੇਂ ਕਿ ਆਪਣੇ ਪੰਜਾਬ ਇਤਿਹਾਸ ਦੇ ਵਿੱਚ ਆਪਣੇ ਸਿੱਖਾਂ ਦੇ ਬੰਦਾ ਸਿੰਘ ਬਹਾਦਰ ਸੀ, ਜਾਂ ਉਸ ਦੇ ਨਾਲ ਰਿਲੇਟਡ ਜੋ ਵੀ ਸੀ, ਤਾਂ ਸਿੱਖ ਗਿਣਤੀ ਦੇ ਵਿੱਚ ਭਾਵੇਂ ਘੱਟ ਸੀ, ਪਰ ਉਹਨਾਂ ਨੇ ਫਿਰ ਵੀ ਨਾਦਰ ਸ਼ਾਹ ਵਰਗੇ ਨੂੰ ਨੱਕ 'ਚ ਦਮ ਕਰ ਦਿੱਤਾ। ਕਿਉਂਕਿ ਉਹ ਕਿਹੜੀ ਯੁੱਧ ਨੀਤੀ ਯੂਜ਼ ਕਰਦੇ ਸਨ? ਛੁਪ ਜਾਂ ਗੁਰੀਲਾ ਯੁੱਧ ਨੀਤੀ ਜਾਂ ਛੁਪ ਕੇ ਵਾਰ ਕਰਨ ਦੀ ਨੀਤੀ। ਇਸ ਤੋਂ ਬਾਅਦ ਹੈ ਈਰਾਨੀਆਂ ਤੋਂ। ਈਰਾਨੀਆਂ ਤੋਂ ਇਹ ਕੀ ਸਿੱਖਦਾ ਹੈ? ਤੋਪਖਾਨੇ ਦੀ ਵਰਤੋਂ। ਤੋਪਖਾਨੇ ਦੀ ਵਰਤੋਂ ਕਿਸ ਤੋਂ ਸਿੱਖਦਾ ਹੈ? ਈਰਾਨੀਆਂ ਤੋਂ। ਇਸ ਤੋਂ ਪਹਿਲਾਂ ਕਿਹਾ ਜਾ ਸਕਦਾ ਹੈ ਕਿ ਤੋਪਖਾਨੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਭਾਰਤ ਵਿੱਚ ਵੀ 1519 ਦੇ ਵਿੱਚ ਪਹਿਲੀ ਵਾਰੀ ਤੋਪਖਾਨੇ ਦਾ ਜਿਹੜਾ ਵਰਤੋਂ ਕੀਤੀ ਸੀ ਉਹ ਕਿਸ ਦੇ ਦੁਆਰਾ ਕੀਤੀ ਗਈ? ਬਾਬਰ ਦੇ ਦੁਆਰਾ ਕੀਤੀ ਗਈ। ਪਹਿਲਾ ਹਮਲਾ ਕੀਤਾ ਸੀਗਾ 1519 ਦੇ ਵਿੱਚ ਬਾਬਰ ਨੇ ਭਾਰਤ ਦੇ ਵਿੱਚ। ਤੁਰਕਾਂ ਤੋਂ ਵੀ ਇਸ ਨੇ ਬਹੁਤ ਕੁਝ ਸਿੱਖਿਆ। ਤੁਰਕਾਂ ਤੋਂ ਇਹ ਕੀ ਸਿੱਖਦਾ ਹੈ? ਤੁਰਕਾਂ ਤੋਂ ਸਿੱਖਦਾ ਹੈ ਘੁੰਮਣ ਫਿਰਨ ਵਾਲੇ ਘੋੜੇ। ਇਹ ਘੋੜੇ ਕਿਸ ਤਰ੍ਹਾਂ ਯੂਜ਼ ਕਰਨੇ ਹਨ? ਲੜਾਈ ਦੇ ਮੈਦਾਨ ਵਿੱਚ ਘੋੜਿਆਂ ਦੀ ਜੋ ਭੂਮਿਕਾ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਘੋੜੇ ਅਤੇ ਘੋੜੇ 'ਤੇ ਬੈਠਣ ਵਾਲਾ ਜੋ ਉਸ ਨੂੰ ਚਲਾਉਣ ਵਾਲਾ ਹੈ, ਉਸ ਘੋੜਾ ਉਸ ਦਾ ਬਹੁਤ ਜ਼ਿਆਦਾ ਸਾਥ ਦਿੰਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਘੋੜ ਸਵਾਰੀ ਅਤੇ
ਸੈਨਾ ਦਾ ਗਠਨ ਇਹ ਕਿਸ ਤੋਂ ਸਿੱਖਦਾ ਹੈ? ਤੁਰਕਾਂ ਤੋਂ। ਤਾਂ ਇਸ ਤਰ੍ਹਾਂ ਇਹ 4 ਚੀਜ਼ਾਂ ਸਿੱਖਦਾ ਹੈ। ਉਜ਼ਬੇਕਾਂ ਤੋਂ ਤੁਲਗਮਾ ਯੁੱਧ ਨੀਤੀ, ਮੰਗੋਲਾਂ ਤੋਂ ਛੁਪ ਕੇ ਵਾਰ ਕਰਨ ਦੀ ਨੀਤੀ, ਈਰਾਨੀਆਂ ਤੋਂ ਤੋਪਖਾਨੇ ਦੀ ਵਰਤੋਂ ਅਤੇ ਤੁਰਕਾਂ ਤੋਂ ਘੁੰਮਣ ਫਿਰਨ ਵਾਲੇ ਘੋੜੇ। ਤਾਂ ਦੋਸਤੋ ਇਸ ਤਰ੍ਹਾਂ ਉਹ ਕੀ ਹੈ ਕਿ ਬਹੁਤ ਕੁਝ ਸਿੱਖਦਾ ਹੈ। ਜਦੋਂ ਇਹ 1504 ਦੇ ਵਿੱਚ ਜਦੋਂ ਇਹ ਕਾਬੁਲ ਦਾ ਜਾਂ ਗਜ਼ਨੀ ਦਾ ਬਾਦਸ਼ਾਹ ਬਣਦਾ ਹੈ ਤਾਂ ਇਹ ਕੀ ਕਰਦਾ ਹੈ ਕਿ ਇਹ ਚਾਹੁੰਦਾ ਹੈ ਕਿ ਇਹ ਆਪਣੇ ਪਿਤਾ ਜਾਂ ਆਪਣੇ ਪੂਰਵਜਾਂ ਦਾ ਜੋ ਰਾਜ ਸੀ ਉਸ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਦਾ ਹੈ। ਤਾਂ ਇਹ ਕੀ ਹੈ, ਈਰਾਨ ਦੇ ਬਾਦਸ਼ਾਹ ਸ਼ਾਹ ਇਸਮਾइल ईरान के बादशाह शाह इस्माइल नाल गठजोड़ करता है। काबुल का बादशाह बनने तो बाद ये शाह इस्माइल नाल गठजोड़ करता है। पर इस गठजोड़ नाल किन्ना खेतरां ते जित प्राप्त करता है? बुखारा, समरकंद, ताशकंद, बुखारा, समरकंद, ताशकंद इन्हां खेतरां नूं जित लैंदा है। फरगना नूं भी जित लैंदा है। पर यह राज है जो ये खेतर है ये इस दे कोल बहुता चिर नहीं रहिंदा, जल्दी इसनूं अपने हत्थ धोने पैंदे ने। फिर ये अपना पूरा ध्यान है जो किधर कर दिंदा है, मध्य एशिया वाला ये मध्य एशिया तो अपना ध्यान डिवर्ट कर लैंदा है, हटा लैंदा है। ये अपना हुण ध्यान है भारत दे वल जां इधर पूर्वी एशिया वाल करन दी कोशिश करता है। जिस समय बाबर भारत ते हमला करता है उस समय भारत की जो स्थिति सी वो किस प्रकार दी सी, इस ते असीं गल करांगे। उस समय भारत है जो बहुत सारे छोटे छोटे राज्यां दे विच वंडिया होया सी। भावें कि उस समय दिल्ली विच लोधी वंश का शासन सी, पर जो लोधी वंश सी वो कोई ज़्यादा शक्तिशाली शासन नहीं सीगा। उसने पूरे भारत नूं एक कह सकते हैं कि पूरे भारत के उत्ते उसका कब्जा नहीं सी, छोटे छोटे राज्यों के विच पूरा भारत वंडिया होया सी। तां असीं देखते हैं कि किस प्रकार भारत उस समय वंडिया होया सी। तां देखते हैं कि दिल्ली दे विच उस समय दिल्ली दे विच इब्राहिम लोधी का शासन सी। इब्राहिम लोधी का शासन सी जो कि 1517 दे विच सिकंदर लोधी दी मौत तो बाद इत्थों का शासक बनता है दिल्ली का। तो पंजाब विच उस समय दौलत खां लोधी शासन कर रहा सी। दौलत खां लोधी और सिकंदर इब्राहिम लोधी के विचकार कोई खास नहीं बनती सी, क्योंकि जो दौलत खां लोधी का पुत्र सी दिलावर खां लोधी, दौलत खां लोधी का पुत्र सी दिलावर खां लोधी, उसनूं दिल्ली दे विच इब्राहिम लोधी द्वारा कैद किया गया सीगा। तां असीं कह सकते हैं कि इन्हां दोवां दे विच नहीं बनती सी। एक अगे असीं देखांगे कि युद्धां दे विच दौलत खां लोधी ही बाबर नूं भारत उत्ते हमला करन दा न्योता भेजदा है, जां कह सकते हैं सद्दा भेजदा है। ये पान ते अंब दे कुछ उसनूं तोहफे भेजदा है जो जिन्हां तो प्रभावित होके की है दौलत खां लोधी दे कहण ते बाबर की है भारत ते हमला करता है। इसे तरह सिंध ते मुल्तान ये भी एक अलग ही राजा दे अधीन सी। इत्थे शाह बेग नां दे
ਰਾਜਾ ਦਾ ਰਾਜ ਸੀਗਾ ਇੱਥੇ ਮੁਲਤਾਨ ਅਤੇ ਸਿੰਧ ਦੇ ਵਿੱਚ। ਮੁਲਤਾਨ ਅਤੇ ਸਿੰਧ ਦੋਸਤੋ ਪਾਕਿਸਤਾਨ ਦੇ ਵਿੱਚ ਹੈ, ਇੱਥੇ ਬਣ ਗਿਆ ਪਾਕਿਸਤਾਨ ਦੇ ਵਿੱਚ ਹੈ। ਮਾਵੇੜ ਜੋ ਕਿ ਰਾਜਸਥਾਨ ਦੇ ਵਿੱਚ ਸੀ। ਮਾਵੇੜ ਇੱਥੇ ਇਹ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀਗਾ। ਮਾਵੇੜ ਸੀ ਜੋ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀ। ਇੱਥੇ ਰਾਣਾ ਸਾਂਗਾ ਦਾ ਰਾਜ ਸੀ ਜੋ ਕਿ ਸਿਸੋਦੀਆ ਰਾਜਵੰਸ਼ ਦੇ ਨਾਲ ਸੰਬੰਧ ਰੱਖਦੇ ਸਨ। ਇਹ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀਗਾ, ਮੇਵਾੜ ਦਾ ਜੋ ਰਾਜ ਸੀਗਾ। ਇਸੇ ਤਰ੍ਹਾਂ ਮਾਲਵਾ ਖੇਤਰ ਸੀ ਜੋ ਇਹ ਵੀ ਰਾਜਸਥਾਨ ਦੇ ਵਿੱਚ ਪੈਂਦਾ ਦੋਸਤੋ। ਮਾਲਵਾ ਜੋ ਇੱਥੋਂ ਦੇ ਪਠਾਰ ਨੇ, ਇੱਥੋਂ ਹੀ ਪੈਂਦਾ ਮਾਲਵਾ ਦਾ ਪਠਾਰ ਜਿਸ ਨੂੰ ਕਿਹਾ ਜਾਂਦਾ। ਮਾਲਵਾ ਦਾ ਖੇਤਰ ਸੀ ਜੋ ਇਹ ਖਲਜੀ ਵੰਸ਼ ਦੇ ਸ਼ਾਸਕ, ਮਾਲਵਾ ਦਾ ਖੇਤਰ ਖਲਜੀ ਵੰਸ਼ ਦੇ ਸ਼ਾਸਕ ਮਹਿਮੂਦ ਦੂਜਾ ਦਾ ਸ਼ਾਸਨ ਸੀ। ਇੱਥੇ ਮਾਲਵਾ ਦੇ ਵਿੱਚ ਕਿਸ ਦਾ ਸ਼ਾਸਕ ਸੀਗਾ? ਮਾਲਵਾ ਦੇ ਵਿੱਚ ਕਿਸ ਦਾ ਰਾਜ ਸੀ? ਖਲਜੀ ਵੰਸ਼ ਦੇ ਸ਼ਾਸਕ ਮਹਿਮੂਦ ਦੂਜਾ ਦਾ। ਇਸ ਦਾ ਮੰਤਰੀ ਸੀ ਮੇਦਨੀ ਰਾਓ, ਜਿਸ ਤੋਂ ਮਹਿਮੂਦ ਦੂਜਾ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ। ਤਾਂ ਇਸ ਨੇ ਕੁਝ ਸ਼ਾਸਕਾਂ ਨਾਲ ਮਿਲ ਕੇ ਇਸ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ। ਮੇਦਨੀ ਰਾਓ ਨੇ ਰਾਣਾ ਸਾਂਗਾ ਜੋ ਕਿ ਮਾਵੇੜ ਦਾ ਸ਼ਾਸਕ ਸੀ ਉਸ ਨਾਲ ਰਾਣਾ ਸਾਂਗਾ ਨਾਲ ਮਿਲ ਕੇ ਮਹਿਮੂਦ ਦੂਜਾ ਨੂੰ ਹਰਾ ਦਿੱਤਾ ਸੀ। ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਕਿ ਬੰਗਾਲ ਦੇ ਵਿੱਚ ਇੱਧਰ ਵਿਜੇਨਗਰ ਜੋ ਕਿ ਹਰੀਹਰ ਅਤੇ ਬੁੱਕਾ ਦੁਆਰਾ ਜਿਸ ਦੀ ਸਥਾਪਨਾ ਕੀਤੀ ਗਈ। ਵਿਜੇਨਗਰ ਸਾਮਰਾਜ ਦੀ ਸਥਾਪਨਾ ਹਰੀਹਰ ਅਤੇ ਬੁੱਕਾ ਦੁਆਰਾ ਕੀਤੀ ਗਈ। ਇੱਥੇ ਕ੍ਰਿਸ਼ਨ ਦੇਵ ਰਾਏ ਦਾ ਰਾਜ ਸੀ। ਬਾਬਰ ਆਪਣੀ ਆਤਮ ਕਥਾ ਦੇ ਵਿੱਚ ਲਿਖਦਾ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਜੋ ਰਾਜਾ ਸੀ ਉਹ ਕੌਣ ਸੀਗਾ? ਕ੍ਰਿਸ਼ਨ ਦੇਵ ਰਾਏ। ਭਾਰਤ ਦੇ ਵਿੱਚ ਜਿਸ ਨੂੰ ਸਭ ਤੋਂ ਸ਼ਕਤੀਸ਼ਾਲੀ ਰਾਜ ਦੱਸਿਆ ਉਹ ਮਾਵੇੜ ਨੂੰ ਦੱਸਿਆ, ਬਾਬਰ ਨੇ ਮਾਵੇੜ ਨੂੰ ਦੱਸਿਆ, ਤੇ ਸਭ ਤੋਂ ਸ਼ਕਤੀਸ਼ਾਲੀ ਰਾਜਾ ਕਿਸ ਨੂੰ ਦੱਸਿਆ? ਕ੍ਰਿਸ਼ਨ ਦੇਵ ਰਾਏ ਨੂੰ। ਤਾਂ ਇਸ ਪ੍ਰਕਾਰ ਦੋਸਤੋ ਭਾਰਤ ਹੈ ਜੋ ਬਹੁਤ ਸਾਰੀਆਂ